ਨਾਨਕ ਦੇ ਕਰ ਹੱਥ ਅਗਮ ਅਗੋਚਰ ਸਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਜੇਤਾ ਜੀਉ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ। ਵਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਏ ਤਿਹਾ ਹਉ ਕਰੀ ਬਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਏ। ਸੁੱਚੇ ਅੱਗੇ ਰੱਖੇ ਓਣ ਕੋਈ ਨਾ ਭਿਟਿਓ ਜਾਏ। ਸੁੱਚਾ ਹੋਏ ਕਹਿ ਜੀਵਿਆ ਲੱਗਾ ਪੜਨ ਸ਼ਲੋਕ। ਕਹੋ ਥੀਤ ਜਾਈ ਸਟਿਆ ਕਿਸਿਓ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ। ਪੰਜਵਾਂ ਪਾਇਆ ਕਿਰਤ ਤਾਹੁਆ ਪਾਕ ਪਵਿੱਤ। ਪਾਪੀ ਸਿਓ ਤਨ ਗੱਡਿਆ ਥੁੱਕਾਂ ਪਈਆ ਤਿਤ। ਜਿਤ ਮੁਖ ਨਾਮ ਨ ਉਚਰੈ ਬਿਨਣਾ ਮੈਂ ਰਸ ਖਾਏ। ਨਾਨਕ ਏਵੈ ਜਾਣੀਐ ਤਿਤ ਮੁਖ ਥੁੱਕਾਂ ਪਾਏ। ਜਿਤ ਮੁਖ ਨਾਮ ਨ ਉਚਰੈ ਬਿਨਣਾ ਮੈਂ ਰਸ ਖਾਏ। ਨਾਨਕ ਏਵੈ ਜਾਣੀਐ ਤਿਤ ਮੁਖ ਥੁੱਕਾਂ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰਬਾਣੀ ਦੀ ਜੋ ਪਾਵਨ ਕਥਾ ਲੜੀਵਾਰ ਇਸ ਪਾਵਨ ਅਸਥਾਨ 'ਤੇ ਚੱਲ ਰਹੀ ਹੈ। ਤਿਸਦੇ ਤਹਿਤ ਆਸਾ ਕੀ ਵਾਰ ਦੀ 19ਵੀਂ ਪੌੜੀ ਦੇ ਨਾਲ ਜੋ 2 ਸ਼ਲੋਕ ਆਏ ਹਨ। ਪਹਿਲੇ ਸ਼ਲੋਕ ਦਾ ਪਾਠ ਆਪ ਜੀ ਨੇ ਇਸ ਸਮੇਂ ਸਰਵਣ ਕੀਤਾ ਹੈ। ਇਹਨਾਂ ਪਾਵਨ ਅੰਮ੍ਰਿਤ ਬਚਨਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਸਰਵ ਮਨੁੱਖਤਾ ਨੂੰ ਕੀ ਉਪਦੇਸ਼ ਕਰ ਰਹੇ ਹਨ। ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਮਨੁੱਖ ਧਰਮ ਦੇ ਨਾਮ 'ਤੇ ਕਈ ਤਰ੍ਹਾਂ ਦੀ ਕਿਰਿਆ ਕਰਦਾ ਹੈ, ਕਈ ਤਰ੍ਹਾਂ ਦੇ ਕਰਮ ਕਰਦਾ ਹੈ। ਪਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜੇ ਮਨੁੱਖ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨੂੰ ਨਹੀਂ ਜਪਦਾ, ਜੋ ਅਸੀਂ ਆਪਣਾ ਤਨ ਦੀ ਅਣਖ ਤਰ੍ਹਾਂ ਦੀ ਧਰਮ ਦੀ ਕਿਰਿਆ ਕਰਦੇ ਹਾਂ, ਉਹਦਾ ਭਾਵ ਕੀ ਹੈ। ਜੀਵ ਸੁੱਚਾ ਹੋਣਾ ਚਾਹੁੰਦਾ ਹੈ, ਜੀਵ ਨਿਰਮਲ ਹੋਣਾ ਚਾਹੁੰਦਾ ਹੈ, ਅਤੇ ਇਸ ਕਰਕੇ ਮਨੁੱਖ ਦੇ ਮਨ ਵਿੱਚ ਸੱਚੇ ਗਿਆਨ ਤੋਂ ਬਿਨਾਂ ਇਹ ਭ੍ਰਾਂਤੀ ਬਣ ਗਈ ਕਿ ਬਾਹਰਲੀ ਕਿਰਿਆ ਦੇ ਨਾਲ ਮੈਂ ਸੁੱਚਾ ਹੋ ਜਾਵਾਂਗਾ, ਪਵਿੱਤਰ ਹੋ ਜਾਵਾਂਗਾ। ਪਰ ਪਾਤਸ਼ਾਹ ਜੀ ਕਹਿੰਦੇ, ਜੇਕਰ ਮਨੁੱਖ ਬਾਹਰਲੇ ਕਰਮਾਂ ਨਾਲ ਸੋਚੇ ਮੈਂ ਨਿਰਮਲ ਹੋ ਜਾਵਾਂਗਾ, ਮੇਰਾ ਜੀਵਨ ਸੁੱਚਾ ਹੋ ਜਾਵੇਗਾ, ਤਾਂ ਜਿਹੜਾ ਸਾਡਾ ਇਹ ਤਨ ਹੈ, ਇਹ ਤਨ ਹੀ ਸਾਡਾ ਮਲੀਨਤਾ ਤੋਂ ਬਣਿਆ ਹੈ ਔਰ ਹਰ ਸਮੇਂ ਇਸ ਤਨ ਦੇ ਵਿੱਚੋਂ ਮੈਲ ਨਿਕਲਦੀ ਹੈ।
ਅੱਖਾਂ ਦੇ ਵਿੱਚੋਂ, ਨਾਸਕਾਂ ਦੇ ਵਿੱਚੋਂ, ਕੰਨਾਂ ਦੇ ਵਿੱਚੋਂ, ਵਾ ਸਰੀਰ ਦੇ ਹਰ ਇੱਕ ਰੋਮ ਦੇ ਵਿੱਚੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨੂੰ ਗਾਥਾ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ, ਕਰਪੂਰ ਪਹੁ ਸੁਗੰਧਾ ਪਰਸ ਮਨੁੱਖ ਦੇਹੰ। ਕਹਿੰਦੇ ਕਿੰਨੇ ਵੀ ਸੋਹਣੇ ਸੁੰਦਰ ਫੁੱਲ ਔਰ ਕਿੰਨੇ ਵਧੀਆ ਜਿਹੜੇ ਪਰਫਿਊਮ ਅਤਰ ਫੁਲੇਲ ਇਸ ਤਨ ਨੂੰ ਲਾਏ ਜਾਣ। ਮੱਝਾ ਰੁਧਿਰ ਕਹਿੰਦੇ ਜਿਹੜਾ ਸਰੀਰ ਸਾਡਾ ਹੈ, ਮਿੱਝ ਹੈ, ਹੱਡੀਆਂ, ਨਾੜੀਆਂ, ਮਾਸ ਇਤਿਆਦਿਕ ਦਾ ਭੰਡਾਰ ਹੈ। ਇਹ ਮਨੁੱਖ ਅਕਾਰਨ ਹੀ ਇਹਦਾ ਹੰਕਾਰ ਕਰੀ ਜਾਂਦਾ ਹੈ। ਪਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸੁੱਚਾ ਹੋਣ ਦਾ ਭਾਵ ਕੀ ਹੈ? ਗੁਰਮਤਿ ਦੇ ਵਿੱਚ ਜੀਵਨ ਦਾ ਉੱਚਾ ਹੋ ਜਾਣਾ ਹੀ ਸੁਚਮਤਾ ਹੈ। ਸਾਡੇ ਜੀਵਨ ਦਾ ਜੋ ਆਚਰਨ ਵਿਵਹਾਰ ਹੈ ਇਹ ਉੱਚਾ ਹੋ ਜਾਵੇ ਤਾਂ ਜੀਵਨ ਸੁੱਚਾ ਹੈ। ਪਰ ਜੇਕਰ ਮਨੁੱਖ ਬਾਹਰਲੀ ਕਿਰਿਆ ਕਰਕੇ ਆਖੇ ਮੈਂ ਸੁੱਚਾ ਹੋ ਗਿਆ, ਤੇ ਮਹਾਰਾਜ ਕਹਿੰਦੇ ਕਦਾਚਿਤ ਵੀ ਨਹੀਂ ਹੁੰਦਾ। ਜਿਵੇਂ ਮਹਾਰਾਜ ਬਾਣੀ ਵਿੱਚ ਬਚਨ ਕਹਿੰਦੇ ਨੇ, ਤਨ ਸੁੱਚਾ ਸੋ ਆਖੀਐ ਜਿਸ ਮੈਂ ਸਾਚਾ ਨਾਉ। ਉਹੀ ਤਨ ਸੁੱਚਾ ਆਖਣਾ ਚਾਹੀਦਾ ਹੈ ਜਿਸ ਤਨ ਦੇ ਵਿੱਚ ਪਰਮੇਸ਼ਵਰ ਦਾ ਨਾਮ ਜਪਿਆ ਜਾਂਦਾ ਹੈ। ਨਾਮ ਜਪਣ ਦਾ ਭਾਵ ਕੇਵਲ ਵਾਹਿਗੁਰੂ ਵਾਹਿਗੁਰੂ ਕਹਿਣਾ ਨਹੀਂ ਹੈ। ਜਿਹੜਾ ਹੈ ਤਨ ਸੁੱਚੇ ਦਾ ਭਾਵ ਹੈ ਕਿ ਵਾਹਿਗੁਰੂ ਦਾ ਨਾਮ ਜਪਣਾ ਅਤੇ ਉਸ ਨਾਮ ਨੂੰ ਆਪਣੇ ਜੀਵਨ ਦੇ ਵਿੱਚ ਵੀ ਲਿਆਉਣਾ। ਜਿਵੇਂ ਗੁਰਬਾਣੀ ਦਾ ਮਹਾਨ ਵਾਕ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ। ਗੁਰਬਾਣੀ ਸਤ ਸਰੂਪ ਹੈ, ਪਰਮੇਸ਼ਵਰ ਦਾ ਰੂਪ ਹੈ। ਗੁਰਬਾਣੀ ਵਰਗਾ ਬਣਨਾ ਹੈ ਜਿਵੇਂ ਗੁਰਬਾਣੀ ਕਹਿੰਦੀ ਹੈ। ਜੋ ਗੁਰਬਾਣੀ ਕਹਿੰਦੀ ਵੀ ਆਪਣੇ ਜੀਵਨ ਵਿੱਚ ਇੱਦਾਂ ਵੇਖਣਾ ਕਰ, ਇੱਦਾਂ ਸੁਣਨਾ ਕਰ, ਇੱਦਾਂ ਜੀਵਨ ਜੀ, ਫਿਰ ਇਹ ਜੀਵਨ ਉੱਚਾ ਹੋ ਜਾਵੇਗਾ। ਨਹੀਂ ਤੇ ਇਹ ਤਨ ਮਹਾਰਾਜ ਕਹਿੰਦੇ ਪਾਪੀ ਹੈ। ਇਹ ਤਨ ਪਾਪੀ ਦਾ ਭਾਵ ਅਪਵਿੱਤਰ, ਮਲੀਨਤਾ ਨਾਲ ਭਰਿਆ ਹੋਇਆ ਹੈ। ਤੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸੁੱਚਾ ਤਾਂ ਹੀ ਹੋ ਸਕਦਾ ਜੇਕਰ ਗੁਰੂ ਦੀ ਮੱਤ ਲੈ ਕੇ ਆਪਣੇ ਜੀਵਨ ਦੇ ਵਿਵਹਾਰ ਨੂੰ ਬਦਲਿਆ ਜਾਵੇ, ਉੱਚਾ ਕਰ ਲਿਆ ਜਾਵੇ, ਪਰਮੇਸ਼ਵਰ ਦਾ ਨਾਮ ਜਪਿਆ ਜਾਵੇ। ਜੇਕਰ ਬਾਹਰਲੇ ਕਰਮ ਨੂੰ ਮਨੁੱਖ ਸੁੱਚਾ ਆਖੇ ਤੇ ਮਹਾਰਾਜ ਕਹਿੰਦੇ ਫਿਰ ਇੱਦਾਂ ਤਾਂ ਮਨੁੱਖ ਕਦੇ ਵੀ ਸੁੱਚਾ ਨਹੀਂ ਹੋ ਸਕਦਾ, ਕਿਉਂਕਿ ਅੰਦਰੋਂ ਵਿਵਹਾਰ ਬੜਾ ਨੀਵਾਂ ਹੈ। ਅੰਦਰ ਜਿਹੜੀ ਬਿਰਤੀ ਹੈ ਉਹ ਬੜੀ ਨੀਵੀਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਹਨ। ਸਤਿਗੁਰੂ ਇੱਕ ਪੰਡਤ ਦੇ ਪਰਥਾਏ ਉਹ ਬਚਨ ਆਖੇ ਹਨ ਕਿ ਇੱਕ ਪੰਡਤ ਜਦੋਂ ਆਪਣਾ ਲੰਗਰ ਪ੍ਰਸ਼ਾਦਾ ਬਣਾਉਂਦਾ ਤੇ ਉਹਦੀ ਬੜੀ ਸੁਚਮਤਾ ਕਰਦਾ ਬਾਹਰੋਂ, ਪਰ ਅੰਦਰਲੀ ਬਿਰਤੀ ਬੜੀ, ਅੰਦਰਲਾ ਜਿਹੜਾ ਸੁਭਾਅ ਹੈ ਉਹ ਬੜਾ ਹੀ ਉਲਟ ਹੈ, ਬਹੁਤ ਮਾੜਾ ਸੁਭਾਅ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਨੇ, ਕਬੁੱਧ ਡੂਮਣੀ ਕੁਦਇਆ ਕਸਾਇਨ ਪਰ ਨਿੰਦਾ ਘਟ ਚੂੜੀ, ਬੈਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ। ਮਨੁੱਖ ਦੇ ਅੰਦਰ ਇੱਕ ਇਹ ਮਾੜਾ ਸੁਭਾਅ ਹੈ, ਕਬੁੱਧ ਡੂਮਣੀ ਮਾੜੀ ਬੁੱਧੀ ਹੈ, ਮਾੜਾ ਸੋਚਦਾ ਹੈ। ਕਬੁੱਧ ਮਾੜਾ ਸੋਚਣਾ, ਆਪਣੀ ਬੁੱਧੀ ਦੇ ਨਾਲ ਮਾੜਾ ਹੀ ਸੋਚਣਾ ਹੈ। ਇਸ ਬੁੱਧ ਦੇ ਨਾਲ ਆਪਾਂ ਧਾਰਮਿਕ ਗ੍ਰੰਥ ਵੀ ਪੜ੍ਹ ਸਕਦੇ ਹਾਂ, ਡੂੰਘਾ ਅਧਿਐਨ ਵੀ ਕਰ ਸਕਦੇ ਹਾਂ। ਇਹਦੇ ਨਾਲ ਮਾੜਾ ਲਿਟਰੇਚਰ ਵੀ ਪੜ੍ਹ ਸਕਦੇ ਹਾਂ, ਨਾਟਕ ਚੇਟਕ ਹੋਰ ਜੋ ਮਰਜ਼ੀ ਪੜ੍ਹੀ ਜਾਓ।
ऐसी माड़ी कबुद्ध महाराज कहते जीव के अंदर डूम के घर वाली बैठी हुई है। कबुद्ध डूमनी, डूम जो मराशी, कुदया कसायन जिहड़ी किसे ते भी दया नहीं आउंदी, ये कसाई दे घर वाली बैठी है। मनुख दे अंदर एक भी बिरती है कि इहदा सुभाव अंदरों बड़ा कठोर है, पत्थर की तरह है। तीसरी जिहड़ी बिरती है वो है दूजियां दी निंदिया करनी। भावें किन्ना भी चंगा गुण होवे, एवें ही निंदिया करी जानी, जद कि इहदा ओनू लाभ भी कोई नहीं है। पर निंदा घट चूड़ी, पराई निंदिया करनी अंदर चूड़े दे घर वाली जिहड़ी है वो बिरती जिहड़ी दूजियां दा कूड़ा करकट ढोंदी है। महाराज कहते वो निंदिया की बिरती इहदे अंदर बैठी है, मड़ी माड़ा सुभाव कि दूजियां दी एवें निंदिया करी जानी। बाणी कहती मन जिहड़ी है निंदा भली किसै की नाई, मन मुख मुग्ध करन, मूँह काले तिन निंदकां नरके घोर पवन। एक ये है। चौथा किहड़ा है? महाराज सच्चे पातशाह जी कहते कबुद्ध डूमनी, कुदया कसायन, पर निंदा घट चूड़ी, मुट्ठी क्रोध चंडाल। जदों मनुख किसी भी काम विच असफल होंदा है, इनू फिर दूजियां ते क्रोध आउंदा है। जेदा तालमेल इहदे नाल बैठे ना बैठे, उहदे ते क्रोध आउंदा है। ते इस करके आपां जे वेखदे हां मनुख पति पत्नी का झगड़ा है, बच्चों नाल झगड़ा है, आंढ गवांढ नाल झगड़ा है, क्रोध इहदे अंदर ये बिरती बैठी हुई है। हर समय लड़ाई झगड़ा किसी ना किसी कारण से इस तरह का सुभाव बैठा है। बाणी पढ़ के नाम जप के धर्म दे कर्म करके जे साडा ये सुभाव नहीं बदलिया, ये माड़ी बिरती नहीं बदली, तो बाहरला स्नान करना, बाहरली क्रिया भी जीवन नूं सुच्चा नहीं कर सकेगी। जे अंदर ये बिरतियां बैठियां हुई ने तो बाहरों जिन्ना मनुख मर्जी अपने आप नूं तीर्थां दा इशनान कर ले, जो मर्जी कर लवे, महाराज कहते सुच्चा नहीं हो सकता। अपने अंदरों माड़ियां बिरतियां नूं कढ, फिर जीवन उच्चा हो जाएगा। जेकर इस तन नूं धोना जां तन की क्रिया नूं कह रहे भी तू सुच्चा है, तो ये तन तो जिहड़ा है रक्त बिंद का, ये तनों अग्नि पास प्राण। ये शरीर जिहड़ा है साडा, जे इनू खोल के वेख्या जाए तो ये गंदगी का ही ढेर है। इहदे विच खून है, मेज है, हड्डियां नाड़ियां, जिवें भगत रविदास जी ने इसका खुलासा किया है। वैसे गुरबाणी में बहुत थावां ते इस गल का जिक्र किया गया शरीर है कि भगत रविदास जी के पावन बचन ने जल की भीत, पवन का थंबा, रकत बुंद का गारा, हाड मास नाड़ी को पिंजर, पंखी बसै विचारा। ये साडा तन की है? भगत रविदास जी कहते जल की कंध है। सारा कुछ ये जल के आसरे खड़ा है, सारा शरीर। जल की भीत, भीत मैंने कंध, साडा शरीर एक जल की कंध है। माँ की रकत पिता बिंद धारा, मूरत सूरत कर अपारा। ते भगत रविदास जी कहते जल की भीत, पवन का थंबा, ये शरीर रूपी कंध खड़ी किहदे आसरे है? ते हवा दे आसरे ते, सवासां दे आसरे ते, पवन दे आसरे ते। हवा निकल गई, श्वास निकल गए, शरीर ने उसे देने उसे समय धरती से तड़म करके डिग जाना है। जल की भीत, पवन का थंबा, रकत बुंद का गारा। माँ की रकत, पिता का बिंद,
ਉਹਦਾ ਇਹ ਗਾਰਾ ਸਾਰਾ ਸਰੀਰ ਬਣਿਆ ਹੈ। ਹਾਡ ਮਾਸ ਨਾੜੀ ਕੋ ਪਿੰਜਰ, ਹੱਡੀਆਂ ਹਨ, ਨਾੜੀਆਂ ਨੇ, ਮਾਸ ਹੈ, ਇਹ ਸਾਰਾ ਸਰੀਰ ਹੈ ਜਿਹਦਾ ਆਪਾਂ ਕਹਿੰਦੇ ਇਹਨੂੰ ਇਸ਼ਨਾਨ ਕਰਾ ਕਹਿੰਦੇ ਸੁੱਚਾ ਹੋ ਗਿਆ ਹੈ। ਵੇਖੋ ਇਸ਼ਨਾਨ ਕਰਨਾ ਮਾੜੀ ਗੱਲ ਨਹੀਂ, ਗੁਰਬਾਣੀ ਵਿੱਚ ਕਿਹਾ ਵੀ ਇਸ਼ਨਾਨ ਕਰਨਾ ਸਿੱਖ ਨੇ ਹਰ ਰੋਜ਼ ਕਰਨਾ ਹੈ। ਪਰ ਜੇ ਆਪਾਂ ਇਸ਼ਨਾਨ ਕਰਨ ਨੂੰ ਹੀ ਕਹੀਏ ਵੀ ਜੀਵਨ ਸੁੱਚਾ ਹੋ ਗਿਆ ਤੇ ਮਹਾਰਾਜ ਕਹਿੰਦੇ ਨਹੀਂ। ਇੱਥੇ ਮਹਾਰਾਜ ਉਸ ਕਰਮਕਾਂਡੀ ਬ੍ਰਾਹਮਣ ਦੀ ਗੱਲ ਕਰਦੇ ਨੇ ਜਿਹੜਾ ਬਾਹਰੋਂ ਆਪ ਵੀ ਇਸ਼ਨਾਨ ਕਰਦਾ ਹੈ ਤੇ ਜਿਸ ਘਰ ਵਿੱਚ ਉਹਨੇ ਲੰਗਰ ਛਕਣਾ ਉਹਨਾਂ ਨੂੰ ਵੀ ਕਹਿ ਦਿੰਦਾ ਵੀ ਸਾਰੇ ਕੇਸ਼ੀ ਇਸ਼ਨਾਨ ਕਰ ਲਓ ਜੀ, ਅਤੇ ਜਦੋਂ ਜਿੱਥੇ ਲੰਗਰ ਬਣਾਉਣਾ ਸਾਡੇ ਵਾਸਤੇ ਉਹ ਚੌਂਕੇ ਨੂੰ ਵੀ ਚੰਗੀ ਤਰ੍ਹਾਂ ਪਵਿੱਤਰ ਕਰ ਲਓ ਜੇ, ਲਿਪ ਪੋਚ ਲਓ ਜੇ ਰੋਜ਼। ਅਤੇ ਇਹ ਸਾਰਾ ਕੁਝ ਕਰਕੇ ਉਹ ਭੋਜਨ ਛਕਦਾ ਅਤੇ ਫਿਰ ਮੂੰਹ ਤੋਂ ਮੰਤਰ ਵੀ ਪੜ੍ਹਦਾ ਅਤੇ ਅਖੇ ਆਖਦਾ ਜੀ ਇਹ ਸਾਰਾ ਕੁਝ ਸੁੱਚਾ ਹੈ। ਮਹਾਰਾਜ ਕਹਿੰਦੇ ਨਹੀਂ, ਜੇ ਤੇਰੇ ਅੰਦਰ ਦੀ ਬਿਰਤੀ ਨਹੀਂ ਬਦਲੀ, ਅੰਦਰਲਾ ਸੁਭਾਅ ਨਹੀਂ ਬਦਲਿਆ, ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਆਪ ਜੀ ਨੇ ਸਰਵਣ ਕੀਤੇ ਨੇ, ਇਹ ਚਾਰ ਬਿਰਤੀਆਂ ਮਨੁੱਖ ਦੇ ਅੰਦਰ, ਹਰ ਇੱਕ ਮਨੁੱਖ ਦੇ ਅੰਦਰ ਬੈਠੀਆਂ ਨੇ। ਕਬੁੱਧ ਡੂਮਣੀ ਕੁਦਿਆ ਕਸਾਇਨ ਪਰ ਨਿੰਦਾ ਕਟ ਚੂੜੀ, ਮੁੱਠੀ ਕਰੋ ਚਡਾਲ ਕਾਰੀ ਕੱਢੀ ਕਿਆ ਥੀ ਹੈ, ਜਾਂ ਚਾਰੇ ਬੈਠੀਆਂ ਨਾਲ। ਮਹਾਰਾਜ ਕਹਿੰਦੇ ਜੇਕਰ ਸੁਚਮਤਾ ਰੱਖਣੀ ਹੈ ਤੇ ਫਿਰ ਜਿਹੜੀ ਸੁਚਮਤਾ ਹੈ ਆਪਣੇ ਜੀਵਨ ਨੂੰ ਬਦਲ, ਆਪਣੇ ਵਿਵਹਾਰ ਨੂੰ ਬਦਲ, ਉੱਚਾ ਕਰ, ਫਿਰ ਇਹ ਜੀਵਨ ਵਿੱਚ ਸੁਚਤਾ ਆ ਜਾਵੇਗੀ। ਸੱਚ ਸੰਜਮ ਕਰਨੀ ਕਾਰਾਂ, ਨਾਵਣ ਨਾਉ ਜਪੇਈ, ਨਾਨਕ ਅੱਗੇ ਉੱਤਮ ਸਈ, ਜੇ ਪਾਪਾ ਪੰਧ ਨਾ ਦੇਹੀ। ਸੱਚ ਦਾ ਸੰਜਮ ਕਰ, ਧਾਰਨੀ ਹੋ, ਅਤੇ ਕਰਨੀ ਕਾਰਾਂ ਕਿਹੜੀਆਂ ਕੱਢਣੀ ਨੇ? ਕਾਰ ਦਾ ਅਰਥ ਹੈ ਲਕੀਰ ਕੱਢ ਲੈਣੀ। ਪੰਡਤ ਜਿੱਥੇ ਬੈਠਦੇ ਨੇ ਉਹਦੇ ਦੁਆਲੇ ਉਹ ਕਾਰ ਕੱਢਦੇ ਨੇ ਆਪਣੇ ਚੌਂਕੇ ਦੇ ਵਿੱਚ, ਕੋਈ ਅੰਦਰ ਵੜੇ ਨਾ। ਮਹਾਰਾਜ ਕਹਿੰਦੇ ਉੱਚੀ ਕਰਨੀ ਕਰ, ਉੱਚੀ ਕਰਨੀ ਦੀ ਕਾਰਾਂ ਕੱਢ। ਨਹਾਉਣਾ ਕੀ ਹੈ? ਨਾਮ ਜਪਣਾ ਪਰਮੇਸ਼ਵਰ ਦਾ। ਸਤ ਸੰਜਮ ਕਰਨੀ ਕਾਰਾਂ, ਨਾਵਣ ਨਾਉ ਜਪੇਹੀ, ਨਾਨਕ ਅੱਗੇ ਉੱਤਮ ਸਈ, ਜੇ ਪਾਪਾ ਪੰਧ ਨਾ ਦੇਈ। ਨਹੀਂ ਤਾਂ ਇਹ ਤਨ ਜਿਹੜਾ ਪਾਪੀ ਸਿਉਂ ਤਨ ਗੱਡਿਆ, ਥੁੱਕਾਂ ਪਈਆਂ, ਇਹ ਤਨ ਪਾਪੀ ਭਾਵ ਅਪਵਿੱਤਰ ਹੈ, ਮੈਲਾ। ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਉਹ ਬਾਹਰਲੀ ਕਿਰਿਆ ਜੋ ਵੀ ਕਰਦਾ ਹੈ, ਭਾਵੇਂ ਇਹ ਸ਼ਬਦ ਬ੍ਰਾਹਮਣ ਦੇ ਪਰਥਾਏ ਹੈ, ਜੇ ਆਪਾਂ ਵੀ ਇਹ ਕਰ ਰਹੇ ਹਾਂ ਅਤੇ ਆਪਾਂ ਵੀ ਇਸੇ ਕੈਟਾਗਰੀ ਵਿੱਚ ਹੀ ਆਉਂਦੇ ਹਾਂ। ਕੋਈ ਵੀ ਮਨੁੱਖ ਕਰਦਾ ਹੈ, ਇਹ ਸ਼ਬਦ ਭਾਵੇਂ ਪਰਥਾਏ ਹੈ ਪਰ ਇਹ ਸਾਰਿਆਂ ਦੇ ਵਾਸਤੇ, ਇਹਦਾ ਉਪਦੇਸ਼ ਸਾਰਿਆਂ ਵਾਸਤੇ ਇੱਕੋ ਜਿਹਾ ਹੈ। ਕਿਉਂਕਿ ਸਾਡੇ ਅੰਦਰ ਵੀ ਇਸ ਤਰ੍ਹਾਂ ਦੇ ਲੋਕ ਨੇ, ਉਹ ਆਪਾਂ ਵੇਖਦੇ ਹਾਂ ਇਸ ਤਰ੍ਹਾਂ ਦੀ ਕਿਰਿਆ ਕਰਦੇ ਨੇ। ਫਿਰ ਇਸ ਤਰ੍ਹਾਂ ਦੇ ਲੋਕਾਂ ਨਾਲ ਕੀ ਉਲਝਣਾ, ਕੀ ਉਹਨਾਂ ਨੂੰ ਕਹਿਣਾ ਹੈ? ਕਿਉਂਕਿ ਜੇ ਆਪਾਂ ਉਹਨਾਂ ਨੂੰ ਆਖਾਂਗੇ ਉਹ ਮੱਥਾ ਵੀ ਟੇਕਣਗੇ ਹੋਰ ਤਰੀਕੇ ਦੇ ਨਾਲ, ਬੜਾ ਕੁਝ ਕਰਨਗੇ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ, ਸ਼ਲੋਕ ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫੁਰਮਾਨ ਕਰ ਰਹੇ, ਪਹਿਲਾ ਸੁੱਚਾ ਆਪ ਹੋਏ, ਸੁੱਚਾ ਬੈਠਾ ਏ। ਪੰਡਤ ਬ੍ਰਾਹਮਣ ਜਿਸ ਘਰ ਵਿੱਚ ਉਹਨੇ ਪ੍ਰਸ਼ਾਦਾ ਛਕਣਾ ਸੀ, ਪਹਿਲਾਂ ਆਪ ਇਸ਼ਨਾਨ ਕਰਕੇ ਆਪਣੇ ਆਪ ਨੂੰ ਸੁੱਚਾ ਮੰਨ ਲਿਆ। ਵੇਖੋ ਸਰੀਰ ਦੀ ਸ਼ੁੱਧਤਾ ਰੱਖਣੀ, ਇਸ਼ਨਾਨ ਕਰਨਾ ਜ਼ਰੂਰੀ ਹੈ। ਪਰ ਜੇ ਆਪਾਂ ਬਾਹਰਲੇ ਇਸ਼ਨਾਨ ਨੂੰ ਹੀ ਆਖੀਏ ਵੀ ਇਹਦੇ ਨਾਲ ਜੀਵਨ ਸਾਡਾ ਉੱਚਾ ਹੋ ਗਿਆ, ਪਾਵਨ ਹੋ ਗਿਆ, ਅਤੇ ਇਹ ਗਲਤ ਗੱਲ ਹੈ। ਉੱਚਾ ਸੁੱਚਾ ਜੀਵਨ ਤਾਂ ਹੋਵੇਗਾ ਜੇਕਰ ਗੁਰਬਾਣੀ ਦੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਅਪਣਾ ਲਵਾਂਗੇ। ਮਹਾਰਾਜ ਕਹਿੰਦੇ ਪਹਿਲਾਂ ਆਪ ਇਸ਼ਨਾਨ ਕਰਕੇ ਆਇਆ, ਜਿੱਥੇ ਬੈਠ ਕੇ ਉਹਨੇ ਇਸ਼ਨਾਨ ਕਾ ਭੋਜਨ ਛਕਣਾ ਸੀ, ਉਸ ਜਗ੍ਹਾ ਨੂੰ ਵੀ ਕਹਿੰਦਾ ਚੰਗੀ ਤਰ੍ਹਾਂ ਧੋ ਦੇਵੋ, ਸਾਫ਼ ਕਰ ਦੇਵੋ। ਸੁੱਚਾ ਬੈਠਾ ਆਏ, ਸੁੱਚੀ ਜਗ੍ਹਾ 'ਤੇ ਆ ਕੇ ਉਹ ਕਹਿਣ ਲੱਗਾ ਮੈਂ ਬੈਠ ਗਿਆ। ਗੁਰਬਾਣੀ ਤਾਂ ਵੀ ਕਹਿੰਦੀ ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ, ਆਵੈ ਝੂਠੇ ਜਾਵੈ ਝੂਠੇ, ਝੂਠੇ ਮਰੈ ਅਭਾਗੇ। ਕਹੋ ਪੰਡਤ ਕਵਣ ਸੂਚਾ ਠਾਓ, ਜਹਾਂ ਬੈਸੋਂ ਭੋਜਨ ਖਾਓ। ਇਹ ਕਰਤਾਰਪੁਰ ਸਾਹਿਬ ਦੀ ਗੱਲ ਹੈ।
ਗੁਰੂ ਨਾਨਕ ਦੇਵ ਮਹਾਰਾਜ ਜੀ, ਸਾਰੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਪੜ੍ਹੋ। ਇਸ ਤਰ੍ਹਾਂ ਦੇ ਕਰਮਕਾਂਡੀ ਲੋਕ, ਜੋਗੀ ਵੀ, ਬ੍ਰਾਹਮਣ ਵੀ, ਕਈ ਸੰਨਿਆਸੀ ਵੀ ਆਉਂਦੇ ਰਹੇ। ਅੱਜ ਵੀ ਆਪਾਂ ਵੇਖਦੇ ਹਾਂ ਕਈ ਜਿਹੜੇ ਨੇ ਸਨਾਤਨ ਮੱਤ ਨੂੰ ਮੰਨਣ ਵਾਲੇ, ਉਹ ਦਰਬਾਰ ਸਾਹਿਬ ਵੀ ਜਾਂਦੇ ਨੇ। ਔਰ ਇਹ ਕਈ ਉਹਨਾਂ ਵਿੱਚੋਂ ਬੜੇ ਉੱਚੇ ਜੀਵਨ ਵਾਲੇ ਵੀ ਹੁੰਦੇ ਸੀ, ਸਾਰੇ ਇੱਕੋ ਜਿਹੇ ਵੀ ਨਹੀਂ ਹੁੰਦੇ। ਅਤੇ ਕਰਮਕਾਂਡੀ ਲੋਕ ਵੀ ਆ ਜਾਂਦੇ ਸਨ। ਇੱਕ ਬ੍ਰਾਹਮਣ ਆ ਗਿਆ ਕਰਤਾਰਪੁਰ ਸਾਹਿਬ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ। ਮਹਾਰਾਜ ਕਹਿੰਦੇ ਭਾਈ ਇਹਨੂੰ ਲੰਗਰ ਪ੍ਰਸ਼ਾਦਾ ਛਕਾਓ। ਕਹਿਣ ਲੱਗਾ ਜੀ ਮਹਾਰਾਜ ਮੈਂ ਤਾਂ ਆਪਣਾ ਲੰਗਰ ਪ੍ਰਸ਼ਾਦਾ ਆਪ ਹੀ ਬਣਾ ਕੇ ਛਕਦਾ, ਬੜਾ ਮੈਂ ਆਪਣਾ ਜੀਵਨ ਸੁੱਚਾ ਰੱਖਿਆ ਹੋਇਆ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਆਪਾਂ ਵੀ ਬੜੀ ਮਾਨਤਾ ਦਿੰਦੇ ਹਾਂ ਵੀ ਹਾਂ ਵੀ ਇਹ ਬੰਦਾ ਬੜੀ ਸੁਚਮਤਾ ਰੱਖਦਾ ਹੈ। ਅਤੇ ਉਹ ਜਦੋਂ ਕਹਿਣ ਲੱਗਾ ਮੈਨੂੰ ਸੁੱਕੀ ਰਸ ਦੇ ਦੇਵੋ, ਮੈਂ ਆਪੇ ਲੰਗਰ ਬਣਾ ਲਵਾਂਗਾ। ਅਤੇ ਪੰਡਤ ਦਾ, ਬ੍ਰਾਹਮਣਾਂ ਦਾ ਇਹ ਸੁਭਾਅ ਇਸ ਤਰ੍ਹਾਂ ਦੇ, ਜਾਂ ਸੰਨਿਆਸੀ ਜਿਹੜੇ ਲੋਕ, ਉਹ ਜਿੱਥੇ ਵੀ ਬਾਹਰ ਕਿਤੇ ਲੰਗਰ ਛਕਣਾ ਹੁੰਦਾ ਸੀ ਨਾ, ਇੱਕ ਹੱਥ ਧਰਤੀ ਡੂੰਘੀ ਪੱਟ ਕੇ ਅਤੇ ਫਿਰ ਉਹਦੇ ਉੱਪਰ ਲੇਪਾ ਪੋਚਾ ਕਰਕੇ ਨਾ ਫਿਰ ਬੈਠ ਕੇ ਭੋਜਨ ਛਕਦੇ ਹੋ, ਚੌਂਕਾ ਬਣਾ ਕੇ ਉਹਦੇ ਉੱਪਰ। ਜਦੋਂ ਪੰਡਤ ਇੱਕ ਹੱਥ ਧਰਤੀ ਡੂੰਘੀ ਪੱਟਦਾ, ਕੀ ਵੇਖਦਾ ਥੱਲੋਂ ਕੁਝ ਨਾ ਕੁਝ ਅਸ਼ੁੱਧੀ ਵਾਲੀ ਚੀਜ਼ ਨਿਕਲ ਆਉਂਦੀ। ਇੱਕ ਥਾਂ ਤੋਂ ਹੱਡੀਆਂ ਨਿਕਲ ਆਈਆਂ, ਕਿਤੋਂ ਕੁਝ ਨਿਕਲ ਆਇਆ। ਉਹ ਸਾਰਾ ਦਿਨ ਇਸ ਤਰ੍ਹਾਂ ਦਾ ਉਹਦਾ ਲੰਘ ਗਿਆ। ਹੁਣ ਭੁੱਖ ਨਾਲ ਵਿਆਕੁਲ ਹੋ ਗਿਆ। ਅਤੇ ਜਿਹੜੇ ਕਈ ਸਿੱਖ ਵੀ ਵੇਖ ਰਹੇ ਸਨ ਉਹਦੀ ਕਿਰਿਆ ਨੂੰ, ਹੁਣ ਉਹ ਸ਼ਰਮ ਦਾ ਮਾਰਿਆ ਉਸ ਚੀਜ਼ ਨੂੰ ਤਿਆਗ ਵੀ ਨਹੀਂ ਸਕਦਾ, ਕਿਉਂਕਿ ਪਹਿਲਾਂ ਕਹਿ ਚੁੱਕਾ ਸੀ, ਕਮੈਂਟ ਕਰ ਚੁੱਕਿਆ ਸੀ ਵੀ ਮੈਂ ਤਾਂ ਸੁੱਚੀ ਜਗ੍ਹਾ 'ਤੇ ਲੰਗਰ ਬਣਾ ਕੇ ਆਪਣੇ ਹੱਥਾਂ ਨਾਲ ਸੁੱਚੇ ਚੌਂਕੇ ਵਿੱਚ ਛਕਦਾ ਹਾਂ। ਪਰ ਜਿੱਥੋਂ ਜਿੱਥੋਂ ਵੀ ਉਹਨੇ ਧਰਤੀ ਪੁੱਟੀ, ਕੀ ਵੇਖਦਾ ਥੱਲੇ ਮਲੀਨਤਾ ਹੈ ਕੋਈ ਨਾ ਕਿਸੇ ਚੀਜ਼ ਦੀ। ਆਖਰ ਹਾਰ ਥੱਕ ਕੇ ਉਹਨੂੰ ਲੰਗਰ ਛਕਣਾ ਪਿਆ, ਕਿਉਂਕਿ ਸਾਰਾ ਦਿਨ ਇਸੇ ਤਰ੍ਹਾਂ ਲੰਘ ਗਿਆ, ਵਿਆਕੁਲ ਹੋ ਗਿਆ, ਦੁਖੀ ਹੋ ਗਿਆ ਅਤੇ ਸੁੱਚੀ ਜਗ੍ਹਾ ਮਿਲੀ ਹੀ ਨਹੀਂ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ, ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੈ, ਕਹਿੰਦੇ ਦੇਖੋ ਪੰਡਤ ਜੀ ਕਿਹੜੀ ਜਗ੍ਹਾ ਸੁੱਚੀ ਹੈ। ਜੇ ਆਪਾਂ ਸਾਰੀ ਧਰਤੀ ਵਿੱਚ ਇੱਦਾਂ ਵੇਖਾਂਗੇ, ਕੋਈ ਧਰਤੀ ਸੁੱਚੀ ਨਹੀਂ ਮਿਲੇਗੀ। ਕਹੋ ਪੰਡਤ ਕਵਣ ਸੂਚਾ ਠਾਓ, ਜਹਾਂ ਬੈਸੋ ਭੋਜਨ ਖਾਓ। ਪਹਿਲੀ ਗੱਲ ਤਾਂ ਸਾਡਾ ਇਹ ਜੀਵਨ ਹੀ ਜਿਹੜਾ ਹੈ ਉਹ ਮਾਤਾ ਝੂਠੀ, ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ, ਆਵੈ ਝੂਠੇ ਜਾਵੈ ਝੂਠੇ, ਝੂਠੇ ਮਰੈ ਅਭਾਗੇ। ਕਹੋ ਪੰਡਤ ਕਵਣ ਸੂਚਾ ਠਾਓ, ਜਹਾਂ ਬੈਸੋ ਭੋਜਨ ਖਾਓ। ਫਿਰ ਅੱਗੇ ਸਾਰਾ ਦੱਸਿਆ ਵੀ ਸਾਰਾ ਕੁਝ ਹੀ ਝੂਠਾ ਹੈ। ਆਪਾਂ ਦੁੱਧ ਨੂੰ ਸੁੱਚਾ ਕਹਿੰਦੇ ਹਾਂ ਨਾ, ਵੀ ਦੁੱਧ ਸੁੱਚਾ ਹੈ। ਗੁਰਬਾਣੀ ਕਹਿੰਦੀ ਹੈ ਪਹਿਲੇ ਜਿਹੜਾ ਦੁੱਧ ਹੈ ਉਹ ਪਹਿਲਾਂ ਤਾਂ ਦੁੱਧ ਬੱਚੇ ਨੇ ਪੀਤਾ ਹੈ, ਫਿਰ ਦੁੱਧ ਦਾ ਬਛੜਾ ਥਣਾ ਬਿਠੋਰਿਓ। ਕਹਿੰਦੇ ਪਹਿਲਾਂ ਦੁੱਧ ਜਿਹੜਾ ਗਾਂ ਦੇ ਬੱਚੇ ਨੇ ਜਾਂ ਮੱਝ ਦੇ ਬੱਚੇ ਨੇ ਜਿਹੜਾ ਉਹ ਝੂਠਾ ਕੀਤਾ ਹੈ। ਜਿਹੜੇ ਫੁੱਲ ਨੇ ਆਪਾਂ ਕਹਿੰਦੇ ਸੁੱਚੇ ਫੁੱਲ ਲਿਆਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 'ਤੇ ਵਰਖਾ ਕਰਨੀ ਜਾਂ ਭੇਟਾ ਕਰਨੇ ਨੇ। ਮਹਾਰਾਜ ਕੇ ਬਾਣੀ ਕਹਿੰਦੀ ਵੀ ਉਹ ਫੁੱਲਾਂ 'ਤੇ ਪਹਿਲਾਂ ਮੱਖੀਆਂ ਬੈਠੀਆਂ ਨੇ, ਮਧੂ ਮੱਖੀਆਂ ਜਿਹੜੀਆਂ ਰਸ ਵਿੱਚੋਂ ਚੂਸਦੀਆਂ ਨੇ ਉਹ ਬੈਠਦੀਆਂ ਨੇ। ਜਿਹੜਾ ਜਲ ਹੈ ਪਾਣੀ, ਉਹਦੇ ਵਿੱਚ ਮੱਛੀਆਂ ਇਤਿਆਦਿ ਜਿਹੜੇ ਜੀਵ ਨੇ ਸਾਰੇ, ਉਹਨਾਂ ਦੇ ਜੀਵਨ ਦਾ ਜੰਮਣ ਮਰਨਾ, ਜੀਵਾਂ ਦਾ ਵਿੱਚ ਪੈਦਾ ਹੋਣਾ, ਸਾਰਾ ਕੁਝ ਪਾਣੀ ਵਿੱਚ ਹੀ ਹੋ ਰਿਹਾ ਹੈ। ਤੁਸੀਂ ਦੱਸੋ ਕਿਹੜੀ ਜਗ੍ਹਾ ਸੁੱਚੀ, ਕਿਹੜੀ ਚੀਜ਼ ਨੂੰ ਸੁੱਚਾ ਕਹਾਂਗੇ। ਇਹ ਬਾਹਰਲੀ ਸੁਚਮਤਾ ਨੂੰ ਗੁਰਬਾਣੀ ਨੇ ਨਹੀਂ ਮੰਨਿਆ, ਕਿਉਂਕਿ ਜੇ ਆਪਾਂ ਇੱਦਾਂ ਮੰਨਾਂਗੇ ਫਿਰ ਕਿਹੜੀ ਚੀਜ਼ ਸੁੱਚੀ ਹੈ, ਕੋਈ ਵੀ ਚੀਜ਼ ਸੁੱਚੀ ਦਿਖਾਈ ਨਹੀਂ ਦੇਵੇਗੀ। ਸੁੱਚੇ ਦਾ ਭਾਵ ਹੈ ਜੀਵਨ ਦਾ ਉੱਚਾ ਹੋ ਜਾਣਾ, ਆਚਰਣ ਦਾ ਉੱਚਾ ਹੋ ਜਾਣਾ। ਅਤੇ ਮਹਾਰਾਜ ਕਹਿੰਦੇ ਜਿੱਥੇ ਉਹ ਪੰਡਤ ਨੇ ਆ ਕੇ ਲੰਗਰ ਛਕਣਾ, ਉਹ ਜਗ੍ਹਾ ਵੀ ਸੁੱਚੀ ਕਰ ਲਈ। ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਭੇਟਿਓ ਜਾਏ। ਉਸ ਬ੍ਰਾਹਮਣ ਦੇ ਅੱਗੇ ਸੁੱਚਾ ਲੰਗਰ ਬਣਾ ਕੇ ਰੱਖਿਆ ਗਿਆ। ਅਤੇ ਕਹਿਣ ਲੱਗੇ ਜਿਵੇਂ ਆਪਣੇ ਘਰਾਂ ਵਿੱਚ ਬੱਚੇ ਹੁੰਦੇ ਨੇ, ਬੱਚਿਆਂ ਨੂੰ ਕਿਹਾ ਤੁਸੀਂ ਹੱਥ ਨਹੀਂ ਲਾਉਣਾ ਇਸ ਭਾਂਡੇ ਨੂੰ, ਇਹ ਬਰਤਨ ਨੂੰ, ਇਸ ਪ੍ਰਸ਼ਾਦੇ ਨੂੰ। ਕਿਉਂ? ਇਹ ਸੁੱਚੀ ਜਗ੍ਹਾ ਹੈ। ਪੰਡਤ ਨੂੰ ਜਾਂ ਕਿਸੇ ਨੂੰ ਵੀ ਆਪਾਂ ਲੰਗਰ ਪ੍ਰਸ਼ਾਦਾ ਛਕਾਉਣਾ ਵੀ ਇਹ ਸੁੱਚਾ ਹੈ।
महाराज कहते कोई ना पिटियो जाए, कहते कोई हथ ना लाओ जे पिटिया जाएगा लंगर, ये केवल अजे सच्चा लंगर है, प्रशादा है। तो पातशाह कहते सुच्चा होए कह जेविया, लगा पढ़न सलोक, वो पंडित सुच्चा होए कह जेविया, इदा उन्हें सुचमता रख के वो लंगर नूं छकना कीता। आरंभता तो पहला भी श्लोक पढ़े, मंत्र पढ़े। कहो थी जाई सटिया, किस्यो लगा दोख। ਇਹਦਾ ਪਾਠ आम करके ਆਪਾਂ कोहती पढ़ते हाँ, कोहती नहीं है। कोहती जाई सटिया, किस्यो लगा दोख। ये साढ़े जीवन की जड़ा पेट साड़ा ये शरीर है जीवन, ऐसी इस पेट दे विच अपवित्र जगह दे विच वो भोजन गया। तो महाराज कहते दा दोष किहनूं लगा दसो फिर। तुसी बाहरों सुचमता रखी तो जिहड़े लंगर नूं सुचमता बनाया सी उहनूं पाया कित्थे है। ये पेट विच जिहड़ा गंदगी का खजाना है, सारा जिहड़ा गंदगी का भंडार है। फिर महाराज अगे होर कहंदे ने अन्न देवता, पानी देवता, बसंतर देवता, लूण पंजवां पाया किरत, ये सारे देवते हन। अन्न देवता, पानी देवता, बसंतर भाव अगन, लूण और पंजवां किरत। देवते इन्हों तां कहा गया है, एक शक्ति हैं जो साढ़े शरीर नूं शक्ति देंदे ने। देव भाव शक्ति का स्रोत। तो महाराज सच्चे पातशाह कहते किन्ने पवित्र ने भोजन बनया होवे, किन्नी सुंदर उहदे विचों खुशबू आउंदी है। पर की होया, ता होआ पाक पवित्र। जदों ये पंजां नूं मिला के भोजन तैयार किया, बड़ा पवित्र भोजन बन गया, सोहना भोजन बन गया। पापी स्यो तन गड्ढिया, थुक्कां पईयां तित। इस अपवित्र पापी का भाव अपवित्र तन दे विच पा दिता। इन्हां देवतियां नूं इस तन नूं जिहड़ा तुसीं बड़ा बाहरों सुच्चा रखी बैठे हो, महाराज कहंदे जदों इस तन विच ओह देवते गए तो वह की इस तन नूं तन दे नाल मिल के गंदगी बन गई। तो की होया, उस विष्टा के उपर फिर थुक्कां पईयां। लोग जब लंघते ने गंदगी वेख के थुक देंदे ने। पापी स्यो तन गड्ढिया, थुक्कां पईयां तित। जित मुख नाम न ऊचरै, बिन नामै रस खाए। नानक एवै जाणीऐ, तित मुख थुक्कां पाए। महाराज कहते इस तरह भाई, जेकर ये मनुख वाहिगुरू का नाम नहीं जपदा, नाम तो बिना दुनिया के पदार्थों के रसां नूं भोगदा है। जिमें वो देवते भावें उच्चे सन, पर जदों इस पापी तान नाल मिल गए, उन्हां ते थुक्कां पईयां। इस तरह ये भावें मनुखा जीवन बड़ा उच्चा है, पर जे नाम ना जपिया तो महाराज कहते ऐसे मनुख के मूँह ते भी थुक्कां पैंदियां ने। भाव लोक परलोक दे विच फटकारां पैंदियां ने। साहिब सच्चे पातशाह धन गुरु नानक देव जी महाराज इस तरह पावन बाणी द्वारा उपदेश बख्शिश करते हैं। सतगुरु मेहरामत करन, सतगुरु के अमृत वचनों नूं कमा सकीए। होइयां भुल्लां दी खिमा। वाहिगुरू जी का खालसा, वाहिगुरू जी की फतेह।